टूरिज्म ਇਹਦਾ ਇੰਨਾ ਕੁ ਇਫੈਕਟ ਪੈਂਦਾ ਕਿ ਜਦੋਂ ਥੋੜਾ ਬਹੁਤ ਮੌਸਮ ਚੰਗਾ ਆ ਥੋੜਾ ਬਹੁਤ ਜਦੋਂ ਫੇਵਰੇਬਲ ਆ ਇੰਡਸਟਰੀ ਇੱਕਦਮ ਚਮਕ ਜਾਂਦੀ ਆ। ਬਹੁਤ ਸਾਰੇ ਮੁਲਕ ਨੇ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ ਜਿਹੜੇ ਇਕੱਲੇ ਟੂਰਿਜ਼ਮ ਦੀ ਤਾਕਤ ਨਾਲ ਰਾਤੋਂ ਰਾਤ ਚਮਕੇ ਆ। ਜਦੋਂ ਇਹਦੇ 'ਚ ਡਾਊਨਫਾਲ ਆਉਂਦੀ ਆ ਉਦੋਂ ਵੀ ਬਹੁਤ ਬੁਰਾ ਅਸਰ ਪੈਂਦਾ। ਜਿੱਦਾਂ 9/11 ਹੋਇਆ ਅਮਰੀਕਾ ਵਾਲਾ ਵਰਲਡ ਟ੍ਰੇਡ ਸੈਂਟਰ, ਉਸ ਤੋਂ ਬਾਅਦ ਇੱਕਦਮ ਟੂਰਿਜ਼ਮ ਇੰਡਸਟਰੀ ਕਲੈਪਸ ਹੋ ਗਈ ਸੀ। ਪਹਿਲਾਂ ਵੇਖਿਆ ਕਿ ਸਟੂਡੈਂਟਸ ਦੀ ਜਿਹੜੀ ਆਮ ਟਿਕਟ ਆ 1 ਵਿੱਚ 40,000 ਦੀ ਹੁੰਦੀ ਸੀ। ਅਗਰ ਤੁਸੀਂ ਪ੍ਰੀ ਕੋਵਿਡ ਵਾਲਾ ਸਮਾਂ ਵੇਖੋ, ਸਟੂਡੈਂਟਸ ਨੂੰ ਨਾਰਮਲੀ 1.5 ਲੱਖ 60-70 ਤੋਂ ਥੱਲੇ ਟਿਕਟਸ ਨਹੀਂ ਮਿਲਦੀਆਂ। ਸੋ ਹੁਣ ਸਿੱਧਾ ਹੀ 4 ਗੁਣਾ। ਏਅਰਲਾਈਨ ਇੰਡਸਟਰੀ ਸ਼ੁਰੂ ਤੋਂ ਹੀ ਇੱਦਾਂ ਆ ਕਿ ਤੁਸੀਂ 2 ਜਣੇ ਬੈਠੇ, ਅਸੀਂ 2 ਸੀਟਾਂ ਦੇ ਉੱਪਰ ਬੈਠੇ ਆ। ਸੋ ਹੋ ਸਕਦਾ ਤੁਸੀਂ 10,000 ਦੀ ਟਿਕਟ ਖਰੀਦੀ ਹੋਵੇ, ਹੋ ਸਕਦਾ ਮੈਂ 2.5 ਲੱਖ ਦੀ ਖਰੀਦੀ ਹੋਵੇ। ਯਾਰ ਗੋਆ ਤੋਂ ਸਸਤਾ ਥਾਈਲੈਂਡ ਪੈਂਦਾ, ਗੋਆ ਤੋਂ ਸਸਤਾ ਤਾਂ ਤੁਹਾਡਾ ਦੁਬਈ ਪੈਂਦਾ। ਸੋ ਤੁਸੀਂ ਸੋਚਣ ਚੱਲ ਇੰਟਰਨੈਸ਼ਨਲ ਹੌਲੀਡੇ ਵੀ ਹੋ ਜਾਣਗੀਆਂ ਯਾਰ। ਸੋ ਇਹ ਤੈਨੂੰ ਉਸ ਪਾਸੇ ਨੂੰ ਲਿਜਾਣ ਲਈ ਹੁੰਦਾ। ਬੇਸਿਕਲੀ ਤੈਨੂੰ ਇੱਕ ਵਾਰੀ ਸਵਾਦ ਦਿਖਾਤਾ, ਤੁਸੀਂ ਗਾਂ ਦੀ ਗਾਂ ਪਿਆ ਜਾਣਾ। ਪਰ ਕੈਨੇਡਾ ਦਾ ਸ਼ੁਰੂ ਤੋਂ ਪਤਾ ਆ, ਚਾਹੇ ਤੁਹਾਡੇ ਵੀਜ਼ਾਸ ਘੱਟ ਜਾਣ ਚਾਹੇ ਵੱਧ ਜਾਣ, ਚਾਹੇ ਕੋਈ ਮਾਰਕੀਟਿੰਗ ਤੁਹਾਨੂੰ ਦੱਸੇ ਵੀ ਕੈਨੇਡਾ ਬੰਦ ਹੋ ਗਿਆ, ਪਰ ਅਸਲ 'ਚ ਕੈਨੇਡਾ ਫਿਕਸ ਨੰਬਰ ਚੱਕਦਾ ਸ਼ੁਰੂ ਤੋਂ ਹੀ। ਕੈਨੇਡਾ ਨੇ ਇਸ ਸਾਲ 4,31,000 ਇਮੀਗ੍ਰੈਂਟ ਪੱਕੇ ਕਰਨੇ ਆ, 2,75,000 ਪੱਕੇ ਕਰ ਦਿੱਤੇ ਆ। ਸੋ ਬਾਕੀ ਦੇ ਬਚੇ ਇਸ ਸਾਲ ਕੈਲੰਡਰ ਈਅਰ ਦੇ ਵਿੱਚ ਕਰਨੇ ਹੀ ਕਰਨੇ ਨੇ। ਸੋ ਕੈਨੇਡਾ ਦਾ ਫਿਕਸ ਫਾਰਮੂਲਾ ਆ, ਹਰ ਸਾਲ 1.5 ਲੱਖ ਸਟੂਡੈਂਟ ਜਾਣਾ ਆ। ਸੋ ਸਟੂਡੈਂਟ ਨੂੰ ਸੈਪਟੰਬਰ ਇਨਟੇਕ 'ਚ ਜਾਣਾ ਹੀ ਜਾਣਾ ਆ। ਸੋ ਇਸ ਕਰਕੇ ਚੰਕ ਚੱਕੇ ਗਏ ਵੀ ਜਦੋਂ ਸਟੂਡੈਂਟ ਨੇ ਜਾਣਾ ਹੀ ਆ ਤੇ ਬਾਏ ਤਾਂ ਕਰੂਗਾ ਹੀ। ਸੋ ਟਿਕਟਸ ਉੱਪਰ ਕੰਟਰੋਲ ਅਗਰ ਮੇਰਾ ਹੋ ਗਿਆ ਤਾਂ ਮੇਰੇ ਅਕੋਰਡਿੰਗ ਚੱਲੂਗਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਹਰ ਪੰਜਾਬੀ ਅੱਜ ਕੈਨੇਡਾ ਦੀ ਧਰਤੀ ਦੇ ਉੱਤੇ ਜਾਣਾ ਚਾਹੁੰਦਾ ਹੈ, ਆਪਣਾ ਫਿਊਚਰ ਉੱਥੇ ਜਾ ਕੇ ਸੇਵ ਕਰਨਾ ਚਾਹੁੰਦਾ ਹੈ। ਪਰ ਇਨ ਦਿਨੀ ਪੰਜਾਬੀਆਂ ਦੇ ਉੱਤੇ ਜਾਂ ਫਿਰ ਜਿਹੜੇ ਕੈਨੇਡਾ ਤੋਂ ਪੰਜਾਬ ਆਉਣਾ ਚਾਹੁੰਦੇ ਨੇ ਜਾਂ ਪੰਜਾਬ ਤੋਂ ਕੈਨੇਡਾ ਜਾਣਾ ਚਾਹੁੰਦੇ ਨੇ, ਉਹਨਾਂ ਦੇ ਉੱਤੇ ਮਹਿੰਗੀਆਂ ਟਿਕਟਾਂ ਦਾ ਬੋਝ ਵੱਧ ਰਿਹਾ ਹੈ। ਪਰ ਅਸਲ ਦੇ ਵਿੱਚ ਇਸ ਟਿਕਟਾਂ ਦੇ ਮਹਿੰਗਾ ਹੋਣ ਦੇ ਕਾਰਨ ਕੀ ਨੇ, ਇਸ ਦੇ ਪਿੱਛੇ ਦੀ ਖੇਡ ਕੀ ਹੈ, ਸਮਝਣ ਦੇ ਲਈ ਅੱਜ ਅਸੀਂ ਅਰਵਿੰਦਰਪਾਲ ਸਿੰਘ ਦੇ ਕੋਲ ਪਹੁੰਚੇ ਹਾਂ। ਇਮੀਗ੍ਰੇਸ਼ਨ ਐਕਸਪਰਟ ਹੈਗੇ ਨੇ, ਸਾਰੀ ਗੱਲਬਾਤ ਕਰਾਂਗੇ ਇਹਨਾਂ ਤੋਂ, ਜਾਣਾਂਗੇ ਸਰ ਜਿਸ ਤਰੀਕੇ ਦੇ ਨਾਲ ਇਜ਼ਾਫਾ ਹੋਇਆ ਰੇਟ ਦੇ ਵਿੱਚ ਅਸਲ ਕਾਰਨ ਕੀ ਹੈ, ਖੇਡ ਕੀ ਹੈ? ਬੇਸਿਕਲੀ ਜਦੋਂ ਕੋਵਿਡ ਦਾ ਸਮਾਂ ਸੀ, ਕੋਵਿਡ ਦੇ ਸਮੇਂ ਦੇ ਵਿੱਚ ਜਿਹੜੀਆਂ CRS ਸੈਂਟਰਲ ਰਿਜ਼ਰਵੇਸ਼ਨ ਸਿਸਟਮ ਦੇ ਉੱਪਰ ਜਿੱਦਾਂ ਟਿਕਟਾਂ ਚੱਲਦਾ ਸੀ, ਉਹਦੇ 'ਚ ਸਬਜੈਕਟ ਟੂ ਅਵੇਲੇਬਿਲਿਟੀ ਹੁੰਦੀ ਸੀ ਕਿ ਤੁਹਾਡੇ ਕੋਲ ਕਿੰਨੀਆਂ ਸੀਟਾਂ ਬਚੀਆਂ, ਕਿੰਨੀਆਂ ਕੈਂਸਲ ਹੋ ਗਈਆਂ, ਉਹਦੇ ਹਿਸਾਬ ਨਾਲ ਪ੍ਰਾਈਸ ਥੋੜ੍ਹਾ ਬਹੁਤ ਫਲਕਚੁਏਟ ਕਰਦਾ ਸੀ। ਕੋਵਿਡ ਦੇ ਵਿੱਚ ਇੱਕ ਨਵੀਂ ਪਾਲਿਸੀ ਆਈ ਜਿਹਨੂੰ ਅਸੀਂ ਕਿਹਾ ਸੀਗਾ ਕਿ ਜਿਹਨੂੰ ਅਸੀਂ ਏਅਰ ਬਬਲ ਦਾ ਨਾਮ ਦਿੱਤਾ ਗਿਆ ਕਿ ਏਅਰ ਬਬਲ ਬੇਸਿਕਲੀ ਦੋਵਾਂ ਮੁਲਕਾਂ ਦੇ ਵਿੱਚ ਫਲਾਈਟਸ ਚਲਾਉਣ ਦਾ ਫਾਰਮੂਲਾ ਸੀ ਔਰ ਉਹ ਚਾਰਟਰਡ ਫਲਾਈਟਸ ਚੱਲਦੀਆਂ ਸੀ। ਚਾਰਟਰਡ ਦਾ ਮਤਲਬ ਇਹ ਹੈ ਕਿ ਉਹ ਬੁੱਕ ਕਰਕੇ ਡਿਮਾਂਡ ਦੇ ਹਿਸਾਬ ਨਾਲ ਕਿ ਇੰਨੇ ਕੁ ਪੈਸੇਂਜਰ ਹੋ ਜਾਣਗੇ ਤੇ ਇੱਕ ਫਲਾਈਟ ਚੱਲ ਜਾਏਗੀ, ਉੱਧਰ ਜਾਏਗੀ ਤੇ ਉੱਧਰੋਂ ਫਲਾਈਟ ਵਾਪਸੀ ਆ ਜਾਏਗੀ। ਹਾਂ, ਉਹ ਬੇਸਿਕਲੀ ਡਿਮਾਂਡ ਦੇ ਅਕੋਰਡਿੰਗ ਸੀ। ਸੋ ਟੂਰਿਜ਼ਮ ਬਹੁਤ ਵੱਡਾ ਫੈਕਟਰ ਆ ਏਅਰਲਾਈਨਸ ਲਾਈਕ ਇਹਦਾ ਇੰਨਾ ਕੁ ਇਫੈਕਟ ਪੈਂਦਾ ਕਿ ਜਦੋਂ ਥੋੜ੍ਹਾ ਬਹੁਤ ਮੌਸਮ ਚੰਗਾ ਆ ਥੋੜ੍ਹਾ ਬਹੁਤ ਜਦੋਂ ਫੇਵਰੇਬਲ ਆ ਇੰਡਸਟਰੀ ਇੱਕਦਮ ਚਮਕ ਜਾਂਦੀ ਆ। ਬਹੁਤ ਸਾਰੇ ਮੁਲਕ ਨੇ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ ਜਿਹੜੇ ਇਕੱਲੇ ਟੂਰਿਜ਼ਮ ਦੀ ਤਾਕਤ ਨਾਲ ਰਾਤੋਂ ਰਾਤ ਚਮਕੇ ਆ। ਔਰ ਜਦੋਂ ਇਹਦੇ 'ਚ ਡਾਊਨਫਾਲ ਆਉਂਦੀ ਆ ਉਦੋਂ ਵੀ ਬਹੁਤ ਬੁਰਾ ਅਸਰ ਪੈਂਦਾ। ਜਿੱਦਾਂ 9/11 ਹੋਇਆ ਅਮਰੀਕਾ ਵਾਲਾ ਵਰਲਡ ਟ੍ਰੇਡ ਸੈਂਟਰ, ਉਸ ਤੋਂ ਬਾਅਦ ਇੱਕਦਮ ਟੂਰਿਜ਼ਮ ਇੰਡਸਟਰੀ ਕਲੈਪਸ ਹੋ ਗਈ ਸੀ। ਸੋ ਕੋਵਿਡ ਨੇ ਵੀ ਉਹੀ ਰੋਲ ਪਲੇ ਕੀਤਾ 9/11 ਵਾਲਾ ਕਿ ਇੱਕਦਮ ਕਲੈਪਸ ਹੋਣ ਲੱਗ ਪਈ ਇੰਡਸਟਰੀ, ਟੂਰਿਜ਼ਮ ਦੇ ਏਅਰਲਾਈਨਸ ਦੇ ਹਾਲਾਤ ਖਰਾਬ ਹੋ ਗਏ। ਸੋ ਏਅਰਲਾਈਨਸ ਨੂੰ ਫਿਰ ਪੱਕਾ ਨਹੀਂ ਪਤਾ ਸੀ ਵੀ ਕਦੋਂ ਕਿੰਨਾ ਸਮਾਂ ਕੀ ਚੱਲੇ। ਸੋ ਫਾਈਨਲੀ ਏਅਰਲਾਈਨਸ ਨੇ ਚੰਕ ਸੈੱਲ ਕਰਤੇ। ਚੰਕ ਦਾ ਮਤਲਬ ਹੈ ਕਿ ਉਹਨੇ ਪੂਰਾ ਦਾ ਪੂਰਾ ਇੱਕ ਸਲੋਟ ਸੈੱਲ ਕਰਤਾ ਇਨਵੈਸਟਰਸ ਨੂੰ। ਸੋ ਇਨਵੈਸਟਰਸ ਨੇ ਪੈਸਾ ਲਾਇਆ, ਉਹਨਾਂ ਨੇ ਨੈਗੋਸ਼ੀਏਟ ਕੀਤਾ ਏਅਰਲਾਈਨਸ ਦੇ ਨਾਲ। ਸੋ ਕੋਈ ਡੀਲ ਫਿਕਸ ਕੀਤੀ ਉਹਨਾਂ ਨੇ। ਹੁਣ ਇਹ ਸੈਂਟਰਲ ਰਿਜ਼ਰਵੇਸ਼ਨ ਸਿਸਟਮ ਦੇ ਉੱਪਰ ਜਿੱਦਾਂ ਫਲਕਚੁਏਟ ਟਿਕਟਾਂ ਕਰਦੀਆਂ ਉੱਦਾਂ ਨਹੀਂ ਚੱਲਦਾ। ਸੋ ਇੱਕ ਫਿਕਸ ਤੁਹਾਡੇ ਕੋਲ ਪ੍ਰਾਈਸਿਸ ਦੇ ਦਿੱਤੇ ਕਿ ਹੁਣ ਟਿਕਟ ਦਾ ਘੱਟੋ ਘੱਟ ਪ੍ਰਾਈਸ ਆਹ ਆ। ਸੋ ਤੁਹਾਨੂੰ ਸਟੂਡੈਂਟਸ ਨੂੰ ਉਹੀ ਬਾਈ ਕਰਨੀਆਂ ਪੈਂਦੀਆਂ। ਸੋ ਜਿਨ੍ਹਾਂ ਨੇ ਜਿਹੜੇ ਸਮੇਂ ਦੀਆਂ ਸਲੋਟਸ ਚੱਕੇ ਆ, ਸੋ ਉਹ ਆਪਣੀ ਮਰਜ਼ੀ ਨਾਲ ਸੈੱਲ ਕਰ ਰਹੇ ਆ। ਸੋ ਇਸ ਕਰਕੇ ਤੁਸੀਂ ਇਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਲਕਚੁਏਸ਼ਨ ਨਹੀਂ ਵੇਖਦੇ। ਸਿੱਧੇ ਸ਼ਬਦਾਂ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਇਹਨੂੰ ਐਕਸਪਲੇਨ ਕਰੀਏ ਤਾਂ ਇੱਕ ਠੇਕੇਦਾਰ ਉੱਠਿਆ ਵਿੱਚੋਂ, ਉਹਨੇ ਕੀ ਕੀਤਾ ਵੀ ਕਹਿ ਲਈਏ ਵੀ ਮਾਲ ਆਪਣੇ ਗੋਦਾਮ 'ਚ ਸਿੱਟ ਲਿਆ। ਉਹਨੇ ਮਾਲ ਗੋਦਾਮ ਦੇ ਵਿੱਚ ਸਿੱਟ ਲਿਆ, ਹੁਣ ਉਹ ਆਪਣੀ ਮਨਮਰਜ਼ੀ ਦੇ ਨਾਲ ਅੱਗੇ ਵੇਚ ਰਿਹਾ ਉਸ ਮਾਲ ਨੂੰ। ਹੁਣ ਇਸੇ ਤਰੀਕੇ ਦੇ ਨਾਲ ਜਹਾਜ਼ ਇੱਕ ਹਿਸਾਬ ਦੀਆਂ ਟਿਕਟਾਂ ਸੀਟਾਂ ਖਰੀਦ ਲਈਆਂ ਗਈਆਂ, ਹੁਣ ਆਪਣੀ ਮਰਜ਼ੀ ਨਾਲ ਵੇਚ ਰਿਹਾ। ਜਿਹੜੀ ਏਅਰਲਾਈਨ ਆ ਉਹ ਸਿੱਧੇ ਤਰੀਕੇ ਨਾਲ ਨਹੀਂ ਵੇਚ ਰਹੀ। ਇਹ ਬਿਲਕੁਲ ਪਰਫੈਕਟ ਐਕਸਪਲੇਨੇਸ਼ਨ ਐਕਚੁਅਲੀ ਸਟਾਕ ਦੀ। ਸੋ ਅਸਲ ਦੇ ਵਿੱਚ ਇਸੇ ਤਰੀਕੇ ਨਾਲ ਹੀ ਆ। ਸੋ ਪੂਰੀਆਂ ਦੇ ਪੂਰੀਆਂ ਸੀਟਸ ਦੇ ਚੰਕ ਚੱਕੇ ਗਏ ਨੇ। ਸੋ ਲਾਈਕ ਸਤੰਬਰ ਲਈ ਚੱਕੇ ਗਏ, ਅਕਤੂਬਰ ਲਈ, ਦਸੰਬਰ, ਜਨਵਰੀ ਤੱਕ ਇਹ ਸਾਰੇ ਸਟਾਕ ਚੱਕੇ ਗਏ ਆ।
ਸੋ ਆਬਵੀਅਸਲੀ ਸਟੂਡੈਂਟਸ ਨੇ ਬਾਹਰ ਜਾਣਾ ਹੀ ਜਾਣਾ ਆ। ਸੋ ਜਦੋਂ ਪਤਾ ਹੈ ਕਿ ਇੰਨੇ ਸਟੂਡੈਂਟ ਜਾਣੇ ਹੀ ਜਾਣੇ ਆ, ਉਸੇ ਚੀਜ਼ ਨੂੰ ਇਨਕੈਸ਼ ਕਰਨ ਲਈ ਸੋ ਕਿਸੇ ਨੇ ਦਾ ਖੇਲਿਆ ਆ। ਸੋ ਇਸ ਕਰਕੇ ਉਹ ਜਿਹੜੇ ਚੰਕ ਚੱਕੇ ਆ, ਜਿਹੜੇ ਸਲੋਟ ਚੱਕੇ ਆ, ਉਹਨਾਂ ਨੇ ਹੁਣ ਪ੍ਰਾਈਸ ਫਿਕਸ ਕੀਤੇ ਪਏ ਆ। ਸੋ ਸਟੂਡੈਂਟਸ ਨੂੰ ਨਾਰਮਲੀ 1.5 ਲੱਖ, ਇੱਕ 60-70 ਤੋਂ ਥੱਲੇ ਟਿਕਟਸ ਨਹੀਂ ਮਿਲਦੀਆਂ। ਔਰ ਇਹ ਹੁਣ ਮਿਨੀਮਮ ਪ੍ਰਾਈਸ ਦੇ ਉੱਪਰ ਆ। ਸੋ ਸਟੂਡੈਂਟ ਨੂੰ ਅਗਰ ਉਹਨਾਂ ਦੇ ਉੱਪਰ ਬਾਇੰਗ ਦੇ ਉੱਪਰ ਵੀ ਉੱਪਰ ਥੱਲੇ ਹੋ ਸਕਦਾ ਹੈ, ਬਟ ਇੱਕ ਜਿਹੜੀ ਐਵਰੇਜ ਕਾਸਟ ਆ ਲਗਭਗ ਇਹਦੇ ਆਸ-ਪਾਸ ਹੈ। ਅੱਛਾ, ਅਸਰ ਕੀ ਮਹਿਸੂਸ ਕਰਦੇ ਹੋ ਤੁਸੀਂ? ਤੁਹਾਡਾ ਆਪਣਾ ਤਜਰਬਾ ਹੈਗਾ, ਕੀ ਅਸਰ ਕਰਦੇ ਹੋ? ਰੇਟ ਦੇ ਵਿੱਚ ਇੰਨਾ ਇਜ਼ਾਫਾ, ਉਹ ਪਹਿਲਾਂ ਚੀਜ਼ ਕਿੰਨੇ ਦੀ ਮਿਲਦੀ ਸੀ, ਅੱਜ ਕਿੰਨੇ ਦੀ ਮਿਲ ਰਹੀ ਹੈ? ਦੇਖੋ, ਅਸਲ ਦੇ ਵਿੱਚ ਇਹਦੇ ਬਾਰੇ ਕੁਝ ਕਲੀਅਰਲੀ ਨਹੀਂ ਕਿਹਾ ਜਾ ਸਕਦਾ, ਬਿਕੋਜ਼ ਅਸੀਂ ਪਹਿਲਾਂ ਵੇਖਿਆ ਕਿ ਸਟੂਡੈਂਟਸ ਦੀ ਜਿਹੜੀ ਆਮ ਟਿਕਟ ਆ 1 ਵੇ 40,000 ਦੀ ਹੁੰਦੀ ਸੀ, ਅਗਰ ਤੁਸੀਂ ਪ੍ਰੀ ਕੋਵਿਡ ਵਾਲਾ ਸਮਾਂ ਵੇਖੋ। ਸੋ ਹੁਣ ਸਿੱਧਾ ਹੀ 4 ਗੁਣਾ। ਸੋ ਅਸਲ ਦੇ ਜਿਹੜਾ ਪ੍ਰਾਈਸਿਸ ਆ ਅੱਜ ਕੱਲ੍ਹ, ਬਿਕੋਜ਼ ਮੈਨੂੰ ਵੀ ਕਿਸੇ ਨੇ ਕੰਟੈਕਟ ਕੀਤਾ ਹੈ ਕਿ ਤੁਸੀਂ ਸਲੋਟ ਚੱਕ ਲਓ, ਤੁਸੀਂ ਇਨਵੈਸਟ ਕਰ ਲਓ ਇਸ ਸਮੇਂ ਦੇ ਵਿੱਚ। ਔਰ ਜਿਹੜਾ ਪ੍ਰਾਈਸ ਮੈਨੂੰ, ਬਿਕੋਜ਼ ਸਾਡਾ ਤਾਂ ਕੰਮ ਨਹੀਂ ਹੈਗਾ, ਅਸੀਂ ਵੀਜ਼ਾਸ ਦੇ ਵਿੱਚ ਜ਼ਿਆਦਾ ਕੰਮ ਕਰਦੇ ਹਾਂ। ਸੋ ਸਾਡੀ ਜੌਬ ਨਹੀਂ ਹੈਗੀ, ਇਸ ਕਰਕੇ ਮੈਂ ਮਨਾ ਕਰਤਾ। ਬਟ ਮੈਨੂੰ ਆਫਰ ਕੋਈ 70-80 ਹਜ਼ਾਰ ਦੇ ਕਰੀਬ ਦਿੱਤੀ ਸੀ ਉਹਨਾਂ ਨੇ ਕਿ ਤੁਸੀਂ ਇੰਨੇ ਦੀ ਟਿਕਟ ਚੱਕੋ ਅਤੇ ਤੁਸੀਂ ਪੈਸੇ ਕਮਾ ਸਕਦੇ ਹੋ, ਤੁਸੀਂ ਮਨਮਰਜ਼ੀ ਦੇ ਪੈਸੇ ਕਮਾ ਸਕਦੇ ਹੋ। ਬਟ ਆਈ ਸਟੇਡ ਆਊਟ ਆਫ ਇਟ, ਬਿਕੋਜ਼ ਸਾਡਾ ਡਾਇਰੈਕਟਲੀ ਇਨਵੋਲਵਮੈਂਟ ਨਹੀਂ ਹੈਗੀ ਇਹਨਾਂ ਚੀਜ਼ਾਂ ਦੇ। ਜਿਸ ਤਰੀਕੇ ਦੇ ਨਾਲ ਜੋ ਏਅਰਲਾਈਨ ਵੀ ਟਿਕਟ ਅੱਗੇ ਇਹਨਾਂ ਨੂੰ ਸੌਦਾ ਕਰਦੀ ਹੋਊਗੀ, ਤਾਂ ਉਹ ਵੀ ਤਾਂ ਇੱਕ ਜ਼ਿੰਮੇਵਾਰੀ ਸਮਝਣੀ ਹੋਊਗੀ ਵੀ ਇਹ ਤੋਂ ਵੱਧ ਨਾ ਦਿਓ, ਕਮਾ ਲਿਓ, ਪਰ ਇੰਨੇ ਜ਼ਿਆਦਾ ਨਾ ਕਮਾਇਓ ਵੀ ਦੁੱਗਣੇ ਤਿੱਗਣੇ ਰੇਟ ਹੋ ਜਾਣ। ਕੋਈ ਇੱਦਾਂ ਦੀ ਪਾਲਿਸੀ ਵੀ ਹੁੰਦੀ? ਅਸਲ 'ਚ ਕਮਰਸ਼ੀਅਲ ਦੁਨੀਆ ਵਿੱਚ ਇੱਦਾਂ ਦੀ ਪਿਟੀ ਵਾਲੀ ਜਾਂ ਮਰਸੀ ਵਾਲੀ ਗੁੰਜਾਇਸ਼ ਨਹੀਂ ਹੁੰਦੀ, ਬਿਕੋਜ਼ ਪੂਰੀ ਦੁਨੀਆ ਕਮਰਸ ਦੇ ਮਾਡਲ ਦੇ ਉੱਪਰ ਹੈ। ਸੋ ਅਸੀਂ ਗੁਰੂ ਘਰ ਵੀ ਜਾਂਦੇ ਹਾਂ, ਉੱਥੇ ਵੀ ਗੋਲਕ ਪਈ ਆ। ਸੋ ਫਾਰਮੂਲੇ ਲੱਗੇ ਨੇ ਪੂਰੇ, ਭਾਵੇਂ ਸਾਨੂੰ ਸਿਸਟਮ ਫ੍ਰੀ ਵੀ ਲੱਗਦਾ ਆ, ਬਟ ਹਰ ਚੀਜ਼ ਦਾ ਇੱਕ ਕੋਈ ਨਾ ਕੋਈ ਜਿਹੜਾ ਰੈਵਨਿਊ ਦਾ ਮਾਡਲ ਹੁੰਦਾ ਆ। ਸੋ ਏਅਰਲਾਈਨਸ ਦੀ ਖੁਦ ਦੀ ਹਾਲਤ ਖਰਾਬ ਸੀ। ਸੋ ਏਅਰਲਾਈਨਸ ਨੂੰ ਖੁਦ ਨੂੰ ਲੱਗਦਾ ਸੀ ਕਿ ਸਾਡੇ ਸਰਵਾਈਵਲ ਦਾ ਬੜਾ ਔਖਾ ਸਮਾਂ ਆ। ਸੋ ਕੋਵਿਡ ਵਾਲਾ ਸਮਾਂ ਕੱਟਿਆ, ਉਸ ਤੋਂ ਬਾਅਦ ਅਗਰ ਤੁਹਾਨੂੰ ਅੱਜ ਬੈਠਿਆਂ ਨੂੰ ਸੇਲ ਹੋ ਰਹੀ ਆ ਤੇ ਕੋਈ ਮਨਾ ਨਹੀਂ ਕਰਦਾ। ਸੋ ਇਸ ਕਰਕੇ ਅਸੀਂ ਅਗਰ ਫੇਅਰ ਪਾਲਿਸੀ ਦੇ ਉੱਪਰ ਗੱਲ ਕਰੀਏ ਕਿ ਅਸੀਂ ਇਸ ਤੋਂ ਮਹਿੰਗਾ ਨਹੀਂ ਜਾਣ ਦੇਣਾ। ਏਅਰਲਾਈਨ ਇੰਡਸਟਰੀ ਸ਼ੁਰੂ ਤੋਂ ਹੀ ਇੱਦਾਂ ਆ ਕਿ ਤੁਸੀਂ 2 ਜਣੇ ਬੈਠੇ, ਅਸੀਂ 2 ਸੀਟਾਂ ਦੇ ਉੱਪਰ ਬੈਠੇ ਆ। ਸੋ ਹੋ ਸਕਦਾ ਤੁਸੀਂ 10,000 ਦੀ ਟਿਕਟ ਖਰੀਦੀ ਹੋਵੇ, ਹੋ ਸਕਦਾ ਮੈਂ 2.5 ਲੱਖ ਦੀ ਖਰੀਦੀ ਹੋਵੇ। ਸੋ ਇਹ ਸ਼ੁਰੂ ਤੋਂ ਹੀ ਇੱਦਾਂ। ਕੋਈ ਪਾਲਿਸੀ ਹੁੰਦੀ ਹੈ ਸਰਕਾਰ ਦੀ? ਨਹੀਂ, ਇੱਦਾਂ ਦਾ ਕੁਛ ਨਹੀਂ, ਬਿਕੋਜ਼ ਗਵਰਨਮੈਂਟ ਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਆ। ਸੋ ਸਾਰਾ ਡਿਮਾਂਡ ਐਂਡ ਸਪਲਾਈ ਦੇ ਅਕੋਰਡਿੰਗ ਚੱਲਦਾ ਹੈ ਕਿ ਜਦੋਂ ਤੁਹਾਨੂੰ ਪਤਾ ਆ ਕਿ ਤੁਹਾਡੇ ਕੋਲ ਡਿਮਾਂਡ ਜ਼ਿਆਦਾ, ਉਦੋਂ ਪ੍ਰਾਈਸਿਸ ਅਪ ਹੋ ਜਾਂਦੇ ਆ। ਸੋ ਜਦੋਂ ਤੁਹਾਡੀ ਸਪਲਾਈ ਜ਼ਿਆਦਾ ਹੈ, ਤੁਹਾਨੂੰ ਪਤਾ ਕਲਾਇੰਟਸ ਘੱਟ ਆ। ਤੁਸੀਂ ਵੇਖੋ, ਜਦੋਂ ਤੁਹਾਡੇ ਕੋਲ ਪੈਸੰਜਰ ਘੱਟ ਹੈ, ਉਦੋਂ ਤੁਸੀਂ ਸਸਤੀਆਂ ਚਲਾਉਂਦੇ ਹੋ। ਸੋ ਜਦੋਂ ਫੁੱਲ ਨੱਕੋ ਨੱਕ ਜਾਂਦੀ ਆ, ਉਦੋਂ ਟਿਕਟਾਂ ਮਹਿੰਗੀਆਂ ਮਿਲਦੀਆਂ ਨੇ। ਸੋ ਅਗਰ ਅਸੀਂ ਕਮਰਸ ਦੇ ਮਾਡਲ ਤੇ ਵੇਖੀਏ, ਫਿਰ ਤੇ ਜਦੋਂ ਜ਼ਿਆਦਾ ਭਰਿਆ ਆ ਉਦੋਂ ਸਸਤਾ ਹੋਣਾ ਚਾਹੀਦਾ। ਬਟ ਜਿਹੜੀ ਪ੍ਰੋਫਿਟ ਮੈਕਸੀਮਾਈਜ਼ੇਸ਼ਨ ਆ ਉਹਨੂੰ ਕੋਈ ਨਹੀਂ ਨਾ ਕਰਦਾ। ਸੋ ਜਦੋਂ ਮੌਕਾ ਮਿਲਦਾ ਉਦੋਂ ਹਰ ਕੋਈ ਪੈਸੇ ਕਮਾਉਂਦਾ ਹੈ। ਪਹਿਲਾਂ ਤੋਂ ਚੱਲਦਾ ਆ ਰਿਹਾ ਇਹ ਸਿਸਟਮ, ਜਾਂ ਇਹ ਸਿਸਟਮ ਫਿਰ ਜਦੋਂ ਲੋਕ ਮਜਬੂਰ ਹੋ ਗਏ ਕੋਵਿਡ ਦੇ ਵਿੱਚ ਰੈਸਕਿਊ ਕਰਨਾ ਸ਼ੁਰੂ ਕੀਤਾ ਤਾਂ ਫਿਰ ਉਹ ਮਜਬੂਰੀ ਦਾ ਫਾਇਦਾ ਚੁੱਕਿਆ ਗਿਆ? ਨਹੀਂ, ਅਸਲ 'ਚ ਇੱਦਾਂ ਨਹੀਂ ਹੈ। ਇਹ ਕੋਈ ਨਵੀਂ ਪਾਲਿਸੀ ਨਹੀਂ, ਬਹੁਤ ਪੁਰਾਣੀ ਪਾਲਿਸੀ ਆ। ਬਹੁਤ ਸਾਰੇ ਟੂਰਿਜ਼ਮ ਡੈਸਟੀਨੇਸ਼ਨਸ ਨੂੰ ਫਿਕਸ ਡਿਪਾਰਚਰ ਜਾਂਦੇ ਆ। ਫਿਕਸ ਡਿਪਾਰਚਰ ਦਾ ਮਤਲਬ ਹੈ ਕਿ ਤੁਹਾਡੀ ਦਿਨ ਤਰੀਕ ਤੈਅ ਆ, ਤੁਸੀਂ ਕਿਹੜੇ ਹੋਟਲ 'ਚ ਰੁਕਣਾ ਤੈਅ ਆ। ਸੋ ਤੁਸੀਂ ਕੀ ਕਰੋਗੇ, ਪੂਰਾ ਟੂਰ ਤੈਅ ਆ। ਔਰ ਇਹ ਅਫੋਰਡੇਬਿਲਿਟੀ ਵਧਾਉਣ ਲਈ ਬੇਸਿਕਲੀ ਪ੍ਰਮੋਸ਼ਨਲ ਟੂਰ ਹੁੰਦੇ ਨੇ ਫਿਕਸ ਡਿਪਾਰਚਰ, ਕਿ ਤੁਸੀਂ ਇੰਨੀ ਤਰੀਕ ਨੂੰ ਦੁਬਈ ਟੂਰ ਜਾ ਰਿਹਾ ਜੀ 4 ਦਿਨ ਲਈ, ਤੁਹਾਡੀ ਏਅਰਲਾਈਨ ਆ, ਤੁਸੀਂ ਇਸ ਏਅਰਲਾਈਨ 'ਚ ਜਾਓਗੇ, ਇੰਨੀ ਤਰੀਕ ਨੂੰ ਵਾਪਸ ਮੁੜੇਗੀ। ਸੋ ਐਵਰੀਥਿੰਗ ਇਜ਼ ਫਿਕਸ। ਉਹ ਤੁਹਾਡੇ ਕੋਲ ਫਲੈਕਸੀਬਿਲਿਟੀ ਨਹੀਂ, ਤੁਸੀਂ ਕਹੋ ਮੈਂ 6 ਦਿਨ ਰੁਕਣਾ, ਫਲੈਕਸੀਬਿਲਿਟੀ ਨਹੀਂ ਹੈ। ਬਟ ਇਹਨੂੰ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਜਾਂਦਾ ਕਿ ਅਸੀਂ ਇਹਨੂੰ ਪ੍ਰਮੋਟ ਕਰ ਸਕੀਏ, ਅਸੀਂ ਵੱਧ ਤੋਂ ਵੱਧ ਲਾਹਾ ਲੈ ਸਕੀਏ। ਸੋ ਆਮ ਤੌਰ ਤੇ ਬਜਟਿੰਗ ਕ੍ਰੀਏਟ ਕਰਨ ਦਾ ਫਾਰਮੂਲਾ ਸੀ ਇਹ ਚੰਕ ਚੱਕਣਾ, ਕਿ ਤੁਹਾਨੂੰ ਪਤਾ ਕਿ ਸਾਡੇ ਕੋਲ ਇੰਨੇ ਇੱਕ ਕਲਾਇੰਟ ਹੁੰਦੇ ਆ। ਸੋ ਇੰਨੇ ਇੱਕ ਕਲਾਇੰਟ ਥਾਈਲੈਂਡ ਨੂੰ ਚਲ ਜਾਂਦੇ ਆ, ਇੰਨੇ ਕਲਾਇੰਟ ਅਗਰ ਅਸੀਂ ਸਸਤਾ ਆਫਰ ਕਰਾਂਗੇ ਤਾਂ ਅਸੀਂ ਪੂਰੇ ਸਾਰੇ ਪਾਸੇ ਦੇ ਕਲਾਇੰਟ ਅਸੀਂ ਚੱਕ ਸਕਦੇ ਹਾਂ। ਸੋ ਅਸਲ 'ਚ ਅਫੋਰਡੇਬਿਲਿਟੀ ਵਧਾਉਣ ਲਈ ਕੀਤਾ ਜਾਂਦਾ ਹੈ। ਗਾਹਕ ਦੇ ਥੋੜਾ ਉਹਨੂੰ ਸੌਖਾ ਕਰਨ ਲਈ, ਥੋੜਾ ਸਸਤਾ ਤੁਹਾਨੂੰ ਸੌਖਾ, ਬਿਕੋਜ਼ ਤੁਸੀਂ ਗੋਆ ਚੱਲੇ ਹੀ ਤੁਹਾਨੂੰ ਲੱਗਦਾ ਵੀ ਯਾਰ ਗੋਆ ਤੋਂ ਸਸਤਾ ਥਾਈਲੈਂਡ ਪੈਂਦਾ, ਗੋਆ ਤੋਂ ਸਸਤਾ ਤਾਂ ਤੁਹਾਡਾ ਦੁਬਈ ਪੈਂਦਾ। ਸੋ ਤੁਸੀਂ ਸੋਚਣ ਚੱਲ ਇੰਟਰਨੈਸ਼ਨਲ ਹੌਲੀਡੇ ਵੀ ਹੋ ਜਾਣਗੀਆਂ ਯਾਰ। ਸੋ ਇਹ ਤੈਨੂੰ ਉਸ ਪਾਸੇ ਨੂੰ ਲਿਜਾਣ ਲਈ ਹੁੰਦਾ। ਬੇਸਿਕਲੀ ਤੈਨੂੰ ਇੱਕ ਵਾਰੀ ਸਵਾਦ ਦਿਖਾਤਾ, ਤੁਸੀਂ ਗਾਂ ਦੀ ਗਾਂ ਪਿਆ ਜਾਣਾ। ਸੋ ਪੂਰੀਆਂ ਜਿੰਨੀਆਂ ਟੂਰਿਜ਼ਮ ਮਿਨਿਸਟਰੀ ਨੇ ਸਾਰੀਆਂ ਦਾ ਇਸ ਪਾਸੇ ਧਿਆਨ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪ੍ਰਮੋਟ ਕਰੀਏ। ਸੋ ਇਸ ਟਾਈਮ ਇਹ ਪ੍ਰੋਫਿਟ ਮੈਕਸੀਮਾਈਜ਼ੇਸ਼ਨ ਲਈ ਕੀਤਾ ਗਿਆ, ਫਰਕ ਇੰਨਾ ਹੀ ਆ। ਪਾਲਿਸੀ ਪੁਰਾਣੀ ਆ, ਇਸ ਟਾਈਮ ਪ੍ਰੋਫਿਟ ਮੈਕਸੀਮਾਈਜ਼ੇਸ਼ਨ ਲਈ ਹੈ। ਪਹਿਲਾਂ ਇਹਨੂੰ ਸੈਲਿੰਗ ਜ਼ਿਆਦਾ ਬਿਹਤਰ ਕਰਨ ਲਈ ਕਰਦੇ ਸੀ। ਅੱਛਾ, ਅਸਰ ਸਿਰਫ ਕੈਨੇਡਾ ਦੇ ਉੱਤੇ ਹੀ ਹੈ ਜਾਂ ਹੋਰ ਮੁਲਕਾਂ ਦੇ ਉੱਤੇ ਵੀ ਅਸਰ ਹੈਗਾ? ਨਹੀਂ, ਇਸ ਟਾਈਮ ਜਿਹੜਾ ਮੇਜਰ ਚੰਕ ਉਹ ਕੈਨੇਡਾ ਦੇ ਉੱਪਰ, ਬਿਕੋਜ਼ ਇਹਦੇ ਪਿੱਛੇ ਨਾ ਕੈਲਕੂਲੇਟਡ ਫਾਰਮੂਲਾ ਆ। ਪੂਰੀ ਦੁਨੀਆ ਦੇ ਵਿੱਚ ਤੁਸੀਂ ਸਟੂਡੈਂਟਸ ਪ੍ਰੈਡਿਕਟ ਨਹੀਂ ਕਰ ਸਕਦੇ ਕਿ
ਇਸ ਸਾਲ ਆਸਟ੍ਰੇਲੀਆ ਕਿੰਨੇ ਵੀਜ਼ੇ ਦਊਗਾ ਤੁਸੀਂ ਗਿਣਤੀ ਨਹੀਂ ਕਰ ਸਕਦੇ, ਕਿਉਂਕਿ ਆਸਟ੍ਰੇਲੀਆ ਹਾਲੇ ਵੀ ਇਕੱਲੇ ਪ੍ਰੋਫਾਈਲ ਦੇ ਉੱਪਰ ਫਸਿਆ ਹੈ ਵੀ ਇਹਨੇ ਆਹ ਨਹੀਂ ਕੀਤਾ, ਇਹਦਾ ਗੈਪ ਵੱਧ ਗਿਆ। ਸੋ ਸੇਮ ਤਰੀਕੇ ਨਾਲ ਤੁਸੀਂ ਇਹ ਕਿਸੇ ਵੀ ਕੰਟਰੀ, ਨਿਊਜ਼ੀਲੈਂਡ ਕਿੰਨੇ ਵੀਜ਼ੇ ਦਊਗਾ ਤੁਹਾਨੂੰ ਨਹੀਂ ਪਤਾ, ਪਰ ਕੈਨੇਡਾ ਦਾ ਸ਼ੁਰੂ ਤੋਂ ਪਤਾ ਆ। ਚਾਹੇ ਤੁਹਾਡੇ ਵੀਜ਼ਾਸ ਘਟ ਜਾਣ, ਚਾਹੇ ਵੱਧ ਜਾਣ, ਚਾਹੇ ਕੋਈ ਮਾਰਕੀਟਿੰਗ ਤੁਹਾਨੂੰ ਦੱਸੇ ਵੀ ਕੈਨੇਡਾ ਬੰਦ ਹੋ ਗਿਆ, ਪਰ ਅਸਲ 'ਚ ਕੈਨੇਡਾ ਫਿਕਸ ਨੰਬਰ ਚੱਕਦਾ ਸ਼ੁਰੂ ਤੋਂ ਹੀ। ਕੈਨੇਡਾ ਨੇ ਇਸ ਸਾਲ 4,31,000 ਇਮੀਗ੍ਰੈਂਟ ਪੱਕੇ ਕਰਨੇ ਆ, 2,75,000 ਪੱਕੇ ਕਰ ਦਿੱਤੇ ਆ। ਸੋ ਬਾਕੀ ਦੇ ਬਚੇ ਇਸ ਸਾਲ ਕੈਲੰਡਰ ਈਅਰ ਦੇ ਵਿੱਚ ਕਰਨੇ ਹੀ ਕਰਨੇ ਨੇ। ਸੋ ਕੈਨੇਡਾ ਦਾ ਫਿਕਸ ਫਾਰਮੂਲਾ ਆ, ਹਰ ਸਾਲ 1.5 ਲੱਖ ਸਟੂਡੈਂਟ ਜਾਣਾ ਆ। ਸੋ ਉਹ ਇਸ ਚੀਜ਼ ਦੇ ਉੱਪਰ ਟਰਸਟ ਕੀਤਾ ਗਿਆ ਕਿ ਕੈਨੇਡਾ ਦੇ ਵਿੱਚ ਜਿਹੜਾ ਡਿਮਾਂਡ ਆ ਉਹ ਟਿਕਟ ਦੀ ਘਟਣ ਨਹੀਂ ਲੱਗੀ, ਇਹ ਖਾਲੀ ਨਹੀਂ ਰਹਿਣ ਲੱਗੇ। ਸੋ ਸਟੂਡੈਂਟ ਨੂੰ ਸੈਪਟੰਬਰ ਇਨਟੇਕ 'ਚ ਜਾਣਾ ਹੀ ਜਾਣਾ ਆ। ਸੋ ਇਸ ਕਰਕੇ ਚੰਕ ਚੱਕੇ ਗਏ ਵੀ ਜਦੋਂ ਸਟੂਡੈਂਟ ਨੇ ਜਾਣਾ ਹੀ ਆ ਤੇ ਬਾਏ ਤੇ ਕਰੂਗਾ ਹੀ। ਸੋ ਟਿਕਟਸ ਉੱਪਰ ਕੰਟਰੋਲ ਅਗਰ ਮੇਰਾ ਹੋ ਗਿਆ ਤਾਂ ਮੇਰੇ ਅਕੋਰਡਿੰਗ ਚੱਲੂਗਾ। ਅੱਛਾ, ਉਹਦੇ ਵਿੱਚ ਰਿਸਕ ਘਟ ਜਾਂਦਾ ਸੀ ਉਹਨਾਂ ਦਾ ਵੀ ਇਹ ਇੰਨੇ ਤੇ ਜਾਣਾ ਹੀ ਜਾਣੇ, ਇੰਨੀਆਂ ਟਿਕਟਾਂ ਤੇ ਵਿਕਣੀਆਂ। ਜ਼ੀਰੋ ਰਿਸਕ ਹੈ, ਬਿਕੋਜ਼ ਸਟੂਡੈਂਟ ਨੇ ਤਾਂ ਜਾਣਾ ਹੀ ਜਾਣਾ। ਸਟੂਡੈਂਟ ਨੂੰ 40,000 ਦੀ ਟਿਕਟ ਮਿਲੇ, ਸਟੂਡੈਂਟ ਨੂੰ 4 ਲੱਖ ਦੀ ਮਿਲੇ। ਸੋ ਤੁਸੀਂ ਆਪਣੀਆਂ ਛੁੱਟੀਆਂ ਦਾ ਪ੍ਰੋਗਰਾਮ ਮੁਲਤਵੀ ਕਰ ਸਕਦੇ ਹੋ ਕਿ ਯਾਰ ਅਗਲੇ ਮਹੀਨੇ ਟਿਕਟਾਂ ਸਸਤੀਆਂ ਹੋਣੀ ਚੱਲ ਜਾਾਂਗੇ। ਸਟੂਡੈਂਟ ਨੇ ਤਾਂ ਇੱਦਾਂ ਸੋਚਣਾ ਹੀ ਨਹੀਂ ਆ, ਕਿਉਂਕਿ ਉਹਦੇ ਜਾਣ ਦਾ ਫਾਰਮੂਲਾ ਲੱਗ ਆ। ਉਹ ਅਫੋਰਡੇਬਿਲਟੀ ਨਹੀਂ ਚੱਲਿਆ, ਉਹ ਤਾਂ ਇਕੱਠਾ ਕਰਕੇ ਜੋ ਵੇਚ ਵੱਟ ਕੇ ਜੋ ਕਿਸੇ ਨਾ ਤਰੀਕੇ ਨਾਲ ਕਰਕੇ ਉਹ ਤਾਂ ਆਪਣੇ ਕਰੀਅਰ ਤੇ ਪੈਸੇ ਲਾ ਰਿਹਾ ਹੈ। ਸੋ ਉਹ ਕਮਾਈ ਵਾਲੇ ਪਾਸੇ ਦਾ ਸੋਚਦਾ ਵੀ ਕੱਲ ਮਹਿੰਗੀ ਹੋ, ਕੋਈ ਨਹੀਂ ਉੱਥੇ ਜਾ ਕੇ ਕੋਈ ਨਾ ਕੋਈ ਕਰ ਲਾਂਗੇ। ਸੋ ਇਸ ਕਰਕੇ ਸਟੂਡੈਂਟ ਨੇ ਨਹੀਂ ਰੁਕਣਾ ਹੁੰਦਾ, ਔਰ ਸਾਰਾ ਦਾਅ ਖੇਡਿਆ ਵੀ ਇਸੇ ਤੇ ਹੀ ਗਿਆ ਹੈ। ਅੱਛਾ, ਵੱਡਾ ਅਸਰ ਵੀ ਸਟੂਡੈਂਟ ਤੇ ਹੋਇਆ। ਆਬਵੀਅਸਲੀ ਸਟੂਡੈਂਟ ਦੇ ਉੱਪਰ ਅਸਰ ਕਾਫੀ ਹੈ, ਬਿਕੋਜ਼ ਡਾਲਰ ਦਾ ਪ੍ਰਾਈਸ ਕਾਫੀ ਇਨਕਰੀਜ਼ ਹੋ ਗਿਆ, ਉੱਤੋਂ ਟਿਕਟਸ ਦਾ ਪ੍ਰਾਈਸ ਇਨਕਰੀਜ਼ ਹੋ ਗਿਆ। ਸੋ ਫੀਸਾਂ ਵੀ ਇਨਕਰੀਜ਼ ਹੋਈਆਂ, ਇਸ ਇਨਟੇਕ ਦੇ ਵਿੱਚ ਥੋੜ੍ਹੀਆਂ ਬਹੁਤ ਫੀਸਾਂ ਵੀ ਇਨਕਰੀਜ਼ ਹੋਈਆਂ ਹੈ। ਸੋ ਲੈ ਦੇ ਕੇ ਸਟੂਡੈਂਟ ਦੇ ਉੱਪਰ ਅਸਰ ਤਾਂ ਹੈਗਾ ਆ, ਪਰ ਪ੍ਰਵਾਹ ਕਿੰਨੀ ਕਮਾਉਂਦੇ ਨੇ। ਸੋ ਇਹ ਲਾਈਕ ਸਾਈਕੋਲੋਜੀਕਲ ਇਫੈਕਟ ਕੋਈ ਨਹੀਂ ਆ। ਸੋ ਸਟੂਡੈਂਟ ਇੱਦਾਂ ਹੀ ਸੋਚਦਾ ਚੱਲ ਯਾਰ ਤੇ 16 ਲੱਖ ਲੱਗਣੇ, 18 ਲੱਗ ਗਿਆ, 18 ਨਹੀਂ ਲੱਗਾ, 19 ਲੱਗ ਗਿਆ। ਸੋ ਸਾਈਕੋਲੋਜੀਕਲੀ ਫਰਕ ਨਹੀਂ ਹੈ, ਬਟ ਆਬਵੀਅਸਲੀ ਜਿਹੜਾ ਫਾਈਨੈਂਸ਼ੀਅਲ ਫਰਕ ਤੇ ਹੈਗਾ ਆ। ਅੱਛਾ, ਇਸ ਚੀਜ਼ ਦਾ ਫਰਕ ਪੈਂਦਾ ਟਿਕਟ ਇੰਡੀਆ ਤੋਂ ਬਣਾਈ ਜਾਵੇ ਜਾਂ ਟਿਕਟ ਕੈਨੇਡਾ ਤੋਂ ਬਣਾਈ ਜਾਵੇ। ਮੰਨ ਲਓ ਉੱਧਰ ਵਾਲਿਆਂ ਨੇ ਪੰਜਾਬ ਆਉਣਾ, ਇੱਧਰ ਵਾਲਿਆਂ ਨੇ ਉੱਧਰ ਜਾਣਾ, ਕੋਈ ਉਹਦੇ ਵਿੱਚ ਕੁਝ ਫਰਕ ਹੈਗਾ ਕਿ ਉੱਥੇ ਵੀ ਇਹੀ ਸਿਸਟਮ ਚੱਲ ਰਿਹਾ ਸੀ? ਨਹੀਂ, ਇਸ ਟਾਈਮ ਬੇਸਿਕਲੀ ਜਿਹੜਾ ਸਟਾਕ ਹੋਲਡਰ ਹੈ ਇਹ ਤਕਰੀਬਨ ਉਹਨਾਂ ਦੀ ਮਰਜ਼ੀ ਦੇ ਹਿਸਾਬ ਨਾਲ ਹੈ। ਸੋ ਇਹਦੇ ਡੈਸਟੀਨੇਸ਼ਨ ਦਾ ਇੱਧਰੋਂ ਉੱਧਰੋਂ ਇਸ ਟਾਈਮ ਫਰਕ ਨਹੀਂ ਪੈ ਰਿਹਾ। ਆਮ ਤੌਰ ਤੇ ਜਨਰਲੀ ਜਦੋਂ ਅਸੀਂ ਰਿਜ਼ਰਵੇਸ਼ਨ ਸਿਸਟਮ ਦੇ ਉੱਪਰ ਬੁੱਕ ਕਰਦੇ ਹਾਂ ਉਦੋਂ ਹਮੇਸ਼ਾ ਟਿਕਟ ਤੁਹਾਨੂੰ ਉੱਥੋਂ ਸਸਤੀ ਪਏਗੀ ਜਿੱਥੋਂ ਤੁਸੀਂ ਜਾਣਾ ਆ। ਸੋ ਅਗਰ ਤੁਸੀਂ ਬਾਹਰੋਂ ਬਾਏ ਕਰਦੇ ਹੋ ਇੰਡੀਆ ਤੋਂ ਜਾਣ ਲਈ ਨਾਰਮਲੀ ਮਹਿੰਗੀ ਹੁੰਦੀ ਹੈ, ਬਟ ਇਸ ਟਾਈਮ ਕੁਛ ਇਹਦੇ 'ਚ ਬਿਕੋਜ਼ ਇਸ ਟਾਈਮ ਪ੍ਰਾਈਸਿਸ ਅਲੱਗ ਨੇ, ਸਟਾਕ ਦੇ ਪ੍ਰਾਈਸਿਸ ਨੇ, ਸੋ ਇਨਫਲੇਟਡ ਪ੍ਰਾਈਸਿਸ ਨੇ। ਸੋ ਇਹਦੇ 'ਚ ਇਸ ਟਾਈਮ ਕੋਈ ਫਰਕ ਨਹੀਂ ਹੈਗਾ। ਇੱਕ ਆਖਰੀ ਸਵਾਲ ਲਊਂਗਾ ਮੈਂ, ਹੱਲ ਕੀ ਹੈ ਇਹਦਾ ਫਿਰ? ਲੋਕ ਕਿੰਨੀ ਕੁ ਦੇਰ ਤੱਕ ਮਹਿੰਗੇ ਦੌਰ 'ਚੋਂ ਗੁਜ਼ਰਦੇ ਰਹਿਣਗੇ, ਮਹਿੰਗੀਆਂ ਟਿਕਟਾਂ ਖਰੀਦਦੇ ਰਹਿਣਗੇ? ਕੋਈ ਅਲਟਰਨੇਟ ਹੈਗਾ ਇਸ ਪੂਰੀ ਚੀਜ਼? ਨਹੀਂ, ਸਿਰਫ ਇਹੀ ਆ ਕਿ ਟੂਰਿਜ਼ਮ ਇੰਡਸਟਰੀ ਥੋੜੀ ਗਰੋ ਹੋਏਗੀ, 에ਅਰਲਾਈਨਸ ਨਵੇਂ ਪਲੇਅਰ ਆਉਣਗੇ। ਸੋ ਬਹੁਤ ਸਾਰੀਆਂ 에ਅਰਲਾਈਨਸ ਹਾਲੇ 100% ਕੈਪੈਸਿਟੀ ਦੇ ਉੱਪਰ ਫਲਾਈ ਨਹੀਂ ਕਰ ਰਹੀਆਂ। ਕੋਵਿਡ ਨਾਲ ਬਹੁਤ ਬੁਰੀ ਤਰ੍ਹਾਂ ਇੰਪੈਕਟ ਸੀ, ਸਟਾਫਿੰਗ ਬਹੁਤ ਬੁਰੀ ਤਰ੍ਹਾਂ ਇੰਪੈਕਟ ਸੀ। ਸੋ ਹਾਲੇ ਵੀ ਕਈ ਪਾਸੇ ਲਾਈਕ ਰਿਮੋਟ ਵਰਕਿੰਗ ਕਰਕੇ ਕਈ ਜਗ੍ਹਾ ਪਾਇਲਟਸ ਦੀ ਸ਼ਾਰਟੇਜ ਆ, ਅਮਰੀਕਾ 'ਚ ਖਾਸ ਕਰਕੇ ਬਹੁਤ ਜ਼ਿਆਦਾ ਪਾਇਲਟਸ ਦੀ ਸ਼ਾਰਟੇਜ ਆ। ਸੋ ਇਹ ਇੱਕ ਗਲੋਬਲ ਇੰਡਸਟਰੀ ਹੈ। ਸੋ ਇਹਦੇ 'ਚ ਨਵੇਂ ਪਲੇਅਰਸ ਆਉਣਗੇ, ਉਦੋਂ ਹੀ ਇਹਦਾ ਕੋਈ ਨਾ ਕੋਈ ਹੱਲ ਨਿਕਲਣ ਵਾਲੀ ਗੱਲ ਆ। ਬਾਕੀ ਜਿਹੜਾ ਸਟਾਕ ਵਾਲਾ ਮਸਲਾ ਆ ਇਹ ਜਨਵਰੀ ਤੱਕ ਦੀ ਕਹਾਣੀ ਹੈ। ਉਸ ਤੋਂ ਬਾਅਦ ਇਹ ਇੰਡਸਟਰੀ ਨਾਰਮਲ ਤਰੀਕੇ ਨਾਲ ਕੰਮ ਕਰਨ ਲੱਗ ਜਾਣੀ ਹੈ। ਸੋ ਕੀ ਕਰਨਾ? ਬਿਕੋਜ਼ ਜਿਹੜਾ ਕਨਵੈਨਸ਼ਨਲ ਤਰੀਕਾ ਹੈ ਉਹ ਹਮੇਸ਼ਾ ਰਹਿੰਦਾ ਹੀ ਰਹਿੰਦਾ ਆ। ਸੋ ਨਵੇਂ ਪਲੇਅਰ ਆ ਜਾਣੇ ਆ, ਸੋ ਤੁਹਾਡੇ ਕੋਲ ਤਰੀਕੇ ਨਵੇਂ ਆ ਜਾਣੇ ਆ। ਸੋ ਇਸ ਟਾਈਮ ਤੁਹਾਡੀ ਮੋਨੋਪੋਲੀ ਆ, ਆਉਣ ਵਾਲੇ ਸਮੇਂ 'ਚ 에ਅਰਲਾਈਨਸ ਨੇ ਵੀ ਇਸ ਪਾਸੇ ਨੂੰ ਅਲਰਟ ਹੋ ਜਾਣਾ ਆ। ਸੋ ਜਨਵਰੀ ਤੱਕ ਦਾ ਜਿੱਥੋਂ ਤੱਕ ਦਾ ਸਟਾਕ ਚੱਕਿਆ ਗਿਆ ਗਾਂ ਮੇਰੇ ਖਿਆਲ ਇਸ ਤੋਂ ਬਾਅਦ ਨੌਬਤ ਨਹੀਂ ਆਉਂਦੀ। ਜਿਹੜੀਆਂ ਅਗਲੇ ਸਾਲ ਦੇ ਵਿੱਚ ਚੀਜ਼ਾਂ ਕਾਫੀ ਰੈਗੂਲਰ ਹੋ ਜਾਣਗੀਆਂ। ਆਖਰੀ ਸਵਾਲ ਲਊਂਗਾ, ਇੱਕ ਹੋਰ ਚਰਚਾ ਬੜੀ ਹੈ ਵੀ ਕਹਿੰਦੇ ਕੈਨੇਡਾ ਬੰਦ ਹੋ ਗਿਆ, ਸਿੱਧੇ ਸ਼ਬਦਾਂ ਦੇ ਵਿੱਚ ਇਹੀ ਲਿਖਿਆ ਹੁੰਦਾ ਵੀ ਕੈਨੇਡਾ ਬੰਦ ਹੋ ਗਿਆ। ਅਖਬਾਰਾਂ ਦੇ ਵਿੱਚ ਵੀ ਖਬਰਾਂ ਇਹੀ ਆਉਂਦੀਆਂ ਨੇ ਕਿ ਵਾਕਿਆ ਕੈਨੇਡਾ ਬੰਦ ਹੋਇਆ। ਤੁਸੀਂ ਤਾਂ ਇੱਕ ਪਾਸੇ ਕਹਿ ਰਹੇ ਵੀ ਨੰਬਰ ਰੱਖੇ ਨੇ ਕੈਨੇਡਾ ਤੇ ਉਹਨੇ ਵੀਜ਼ੇ ਦੇਣੇ ਹੀ ਦੇਣੇ। ਦੇਖੋ, ਮੁਲਕ ਮਾਰਕੀਟਿੰਗ 'ਚ ਕਦੀ ਕੋਈ ਨਿਊਜ਼ੀਲੈਂਡ ਬੰਦ ਹੋ ਗਿਆ, ਕਦੀ ਆਸਟ੍ਰੇਲੀਆ ਬੰਦ ਹੋ ਗਿਆ, ਕਦੀ ਅਮਰੀਕਾ ਬੰਦ ਹੋ ਗਿਆ। ਸੋ ਇਹ ਮੇਰੀ ਮਰਜ਼ੀ ਹੈ ਕਿ ਮੈਂ ਜਿਸ ਚੀਜ਼ ਦੀ ਮਾਰਕੀਟਿੰਗ ਕਰਨੀ ਮੈਂ ਉਹਨੂੰ ਕਿੱਦਾਂ ਦਿਖਾਉਣਾ ਆ। ਸੋ ਮਾਰਕੀਟ ਨੂੰ ਇਨਫਲੂਐਂਸ ਕਰਨ ਲਈ ਕਈ ਲੋਕ ਕਹਿ ਦਿੰਦੇ ਕਿ ਬੰਦ ਹੋ ਗਿਆ, ਬਟ ਕੈਨੇਡਾ ਕਦੀ ਨਾ ਬੰਦ ਹੋ ਸਕਦਾ। ਕੈਨੇਡਾ ਇੱਕ ਡਿਵੈਲਪਿੰਗ ਇਕਨੋਮੀ ਆ। ਕੈਨੇਡਾ ਹਰ ਸਾਲ ਅਗਰ ਇਸੇ ਤਰੀਕੇ ਨਾਲ ਭਰਤੀ ਕਰੀ ਜਾਵੇ, ਔਰ ਕੈਨੇਡਾ ਚਾਹੇ 30-40 ਸਾਲ ਹੋਰ ਇਸੇ ਤਰੀਕੇ ਨਾਲ ਭਰਤੀ ਕਰੀ ਜਾਵੇ, ਕੈਨੇਡਾ ਘਟਣ ਨਹੀਂ ਵਧਣ ਲੱਗਾ ਆ। ਕੈਨੇਡਾ ਦੀ ਇਕਨੋਮੀ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਜਿਹੜੀ ਆ ਉਹ ਇਮੀਗ੍ਰੇਸ਼ਨ ਦੀ ਆ। ਜਿਹੜਾ ਮੰਤਰਾਲਾ ਆ ਸਭ ਤੋਂ ਵੱਡਾ ਇਮੀਗ੍ਰੇਸ਼ਨ ਦਾ ਮੰਤਰਾਲਾ ਆ। ਸੋ ਕੈਨੇਡੀਅਨ ਜਿਹੜੀ ਕੈਬਨਿਟ ਵੀ ਆ ਉਹ ਪੂਰੀ ਦੀ ਪੂਰੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਸਪੋਰਟ ਕਰ ਰਹੀ ਆ।
ਸੋ ਜਦੋਂ ਇਸ ਸਾਲ ਨਵੇਂ ਮਿਨਿਸਟਰ ਬਦਲੇ ਗਏ, ਨਵੇਂ ਮਿਨਿਸਟਰ ਨੇ ਆਉਂਦਿਆਂ ਫੰਡਸ ਦੀ $85 ਮਿਲੀਅਨ ਦੀ ਐਲੋਕੇਸ਼ਨ ਕਰਵਾਈ ਫੰਡਸ ਨੂੰ, ਤਾਂ ਕਿ ਕੈਨੇਡਾ ਦੀ ਜਿਹੜੀਆਂ ਫਾਈਲਸ ਪ੍ਰੋਸੈਸਿੰਗ ਉਹ ਡਿਲੇ ਨਾ ਹੋ ਜਾਣ। 500 ਨਵਾਂ ਬੰਦਾ ਉਦੋਂ ਭਰਤੀ ਕੀਤਾ ਸੀ, 1250 ਬੰਦਾ ਇਸ ਸਾਲ ਦੇ ਅਖੀਰ ਤੱਕ ਭਰਤੀ ਕਰਨਾ ਆ। ਸੋ ਇਹ ਸਾਰਾ ਕਾਹਦੇ ਲਈ ਕਰਨਾ ਹੈ? ਕਿਉਂਕਿ ਲੋਕਾਂ ਨੂੰ ਵੀਜ਼ੇ ਦੇਣੇ ਆ। ਸੋ ਅਗਰ ਵੀਜ਼ੇ ਬੰਦ ਕਰਨੇ ਹੋਣ, ਬੂਹਾ ਹੀ ਬੰਦ ਕਰਨਾ, ਫਿਰ ਤੇ ਬੰਦਾ ਇੱਕ ਚਾਹੀਦਾ ਹੈ ਜਿਹਨੇ ਸ਼ਟਰ ਲਾ ਦੇਣਾ ਹੈ। ਜੇ ਅਸੀਂ ਲੋਕਾਂ ਦਾ ਸਵਾਗਤ ਕਰਨਾ ਆ, ਸਾਨੂੰ ਬੰਦੇ ਤਾਂ ਜ਼ਿਆਦਾ ਚਾਹੀਦੇ ਆ। ਇਹ ਫਿਰ ਆਪਣੇ ਵਾਲੇ ਬੰਦੇ ਜਿਹੜੇ ਹੈਗੇ ਨੇ ਇੱਧਰ, ਜਿਹੜਾ ਇਹ ਇਸ ਚੀਜ਼ ਦਾ ਪ੍ਰਚਾਰ ਕਰਦੇ ਨੇ, ਆਪਣੇ ਆਪ ਨੂੰ ਸੇਫ ਕਰਨ ਦੀ ਕੋਸ਼ਿਸ਼ ਕਰਦੇ ਨੇ। ਫਿਰ ਇਹਦਾ ਮਤਲਬ ਫਿਰ ਜੇ ਮੰਨ ਲਓ 500 ਫਾਈਲਾਂ ਫੜੀਆਂ ਨੇ, 500 'ਚ 100 ਦਾ ਵੀਜ਼ਾ ਆ ਗਿਆ, ਉਹ ਤੇ ਚਲੋ ਠੀਕ ਹੈ, 400 ਨੂੰ ਫਿਰ ਇਹੀ ਕਹਿਣਾ ਵੀ ਬੰਦ ਹੋ ਗਿਆ। ਐਗਜ਼ੈਕਟਲੀ 400 ਨੂੰ ਜਵਾਬ ਮੀਡੀਆ ਰਾਹੀਂ ਦੇ ਦਿੱਤਾ ਜਾਂਦਾ ਵੀ ਭਾਜੀ ਕੱਲਾ ਕੱਲਾ ਆ ਕੇ ਤੁਸੀਂ ਗੱਲ ਨਾ ਪਿਓ। ਸੋ ਤੁਸੀਂ ਸਾਂਝੇ ਬਿਆਨ ਸੁਣ ਲਓ ਵੀ ਸਾਰੀ ਦੁਨੀਆ ਨੇ ਕਹਿਤਾ ਬੰਦ ਹੋ ਗਿਆ। ਸੋ ਉਹ ਸਕਿਨ ਸੇਵ ਕਰਨ ਵਾਲਾ ਇੱਕ ਫਾਰਮੂਲਾ ਹੈ ਜਿਹਦੇ 'ਚ ਆਪਣੇ ਆਪ ਨੂੰ ਸੇਫ ਰੱਖ ਲਿਆ ਜਾਂਦਾ ਕਿ ਦੇਖੋ ਜੀ ਹੁਣ ਤੇ ਕੈਨੇਡਾ ਹੀ ਬੰਦ ਕਰਤਾ, ਮੈਂ ਹੀ ਕੀ ਕਰਨਾ। ਇਹ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਠੱਗੀ ਹੋ ਗਈ ਲੋਕਾਂ ਨਾਲ। ਤੁਸੀਂ ਇਹਨੂੰ ਕਹਿ ਸਕਦੇ ਹੋ ਬੇਸਿਕਲੀ ਇਹ ਮਿਸਲੀਡਿੰਗ ਇਨਫੋਰਮੇਸ਼ਨ ਹੈ। ਸੋ ਠੱਗੀ ਚਲੋ ਅਲੱਗ ਵਰਡ ਹੋ ਸਕਦਾ, ਬਟ ਮਿਸਲੀਡਿੰਗ ਆ। ਕੈਨੇਡਾ ਕਦੀ ਨਾ ਬੰਦ ਹੋਇਆ, ਨਾ ਕੈਨੇਡਾ ਬੰਦ ਹੋਣ ਵਾਲਾ ਆ। ਸਗੋਂ ਮੈਨੂੰ ਇੱਥੋਂ ਤੱਕ ਲੱਗਦਾ ਕਿ ਅਗਰ ਇਸੇ ਤਰੀਕੇ ਨਾਲ ਚੱਲਦਾ ਰਿਹਾ, ਜਿਸ ਤਰੀਕੇ ਨਾਲ ਗੋਆ ਨੂੰ ਵੀਜ਼ਾ ਔਨ ਅਰਾਈਵਲ ਆ, ਹੋ ਸਕਦਾ ਕਿਸੇ ਜ਼ਮਾਨੇ 'ਚ ਜਾ ਕੇ ਪੰਜਾਬੀਆਂ ਨੂੰ ਔਨ ਅਰਾਈਵਲ ਕੈਨੇਡਾ ਵੀਜ਼ਾ ਦੇਣ ਲੱਗ ਪਏ। ਗੱਲਬਾਤ ਕਰਨ ਲਈ ਧੰਨਵਾਦ। ਨਾ ਰਵਿੰਦਰਪਾਲ ਸਿੰਘ ਨੇ ਤੁਹਾਨੂੰ ਵਿਸਥਾਰ ਦੇ ਵਿੱਚ ਟੈਕਨੀਕਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਮਾਫ ਕਰਨਾ ਕੈਨੇਡਾ ਦੀਆਂ ਟਿਕਟਾਂ ਮਹਿੰਗੀਆਂ ਹੋਈਆਂ ਨੇ, ਔਰ ਦੂਸਰੇ ਪਾਸੇ ਜਿਹੜੀ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਬੰਦ ਹੋਣ ਦੀਆਂ ਖਬਰਾਂ ਕਿੱਥੋਂ ਆ ਰਹੀਆਂ ਨੇ। ਤਾਂ ਬਹੁਤ ਸਾਰੇ ਕੁਝ ਲੋਕ ਮਾਰਕੀਟ ਦੇ ਵਿੱਚ ਇੱਦਾਂ ਦੇ ਹੁੰਦੇ ਨੇ ਜਿਹੜੇ ਲੋਕ ਆਪਣੇ ਆਪ ਨੂੰ ਸੇਫ ਕਰਨ ਦੇ ਲਈ ਇਸ ਤਰੀਕੇ ਦਾ ਰੌਲਾ ਪਾਉਂਦੇ ਨੇ। ਹਜ਼ਾਰ ਫਾਈਲ ਫੜ ਕੇ ਜੇ ਵਿੱਚੋਂ 50 ਦਾ ਵੀਜ਼ਾ ਆ ਗਿਆ ਤਾਂ 950 ਨੂੰ ਫਿਰ ਇਹੀ ਕਹਿ ਕੇ ਤੋਰਨਾ ਪਈ ਬੰਦ ਹੋ ਗਿਆ। ਅਸਲ ਦੇ ਵਿੱਚ ਉਹ ਆਪਣੇ ਆਪ ਦਾ ਬਚਾਅ ਕਰਦੇ ਨੇ। ਔਰ ਠੱਗੀ ਮੈਂ ਸ਼ਬਦ ਇਸ ਕਰਕੇ ਵਰਤਿਆ ਸੀਗਾ, ਜੇ ਤੇ ਉਹ ਜੋ ਜੈਨੂਅਨ ਰੀਜ਼ਨ ਦੱਸਣ ਵੀ ਫਾਈਲ ਦੇ ਵਿੱਚ ਕੋਈ ਕਮੀ ਸੀਗੀ ਫਿਰ ਤਾਂ ਉਹ ਸੱਚੇ ਨੇ, ਪਰ ਜੇਕਰ ਫਿਰ ਬਹਾਨਾ ਬਣਾ ਕੇ ਉਹਨਾਂ ਨੂੰ ਟਰਕਾਉਣਾ ਹੈ ਤਾਂ ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਠੱਗੀ ਵਾਲਾ ਮਾਮਲਾ ਬਣਦਾ ਹੈ। ਫਿਲਹਾਲ ਕੈਮਰਾਮੈਨ ਨਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜਲੰਧਰ।